ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 10ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚ ਦਰਜ ਪਹਿਲੀ ਕਹਾਣੀ ਜੋ ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਕੁਲਫੀ ਹੈ ਉਹਦੇ ਬਾਰੇ ਪੜ੍ਹਨ ਜਾ ਰਹੇ ਹਾਂ। ਇਸ ਕਹਾਣੀ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਸੁਜਾਨ ਸਿੰਘ ਜੋ ਕਹਾਣੀਕਾਰ ਹੈ ਉਸ ਦੇ ਬਾਰੇ ਜਾਣਾਂਗੇ ਅਤੇ ਨਾਲ ਦੀ ਨਾਲ ਕਹਾਣੀ ਕਿਸ ਨੂੰ ਕਿਹਾ ਜਾਂਦਾ ਹੈ, ਕਹਾਣੀ ਦੇ ਕੀ ਅਰਥ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਸੁਜਾਨ ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੁਜਾਨ ਸਿੰਘ ਨੇ ਬਹੁਤ ਸਾਰੇ ਜਿਹੜੇ ਨੇ ਉਹ ਸਾਹਿਤ ਰੂਪਾਂ 'ਤੇ ਹੱਥ ਜਾਂ ਕਲਮ ਅਜ਼ਮਾਈ ਹੈ, ਪਰ ਸਭ ਤੋਂ ਜ਼ਿਆਦਾ ਪ੍ਰਸਿੱਧੀ ਉਹਨਾਂ ਨੂੰ ਇੱਕ ਕਹਾਣੀਕਾਰ ਦੇ ਤੌਰ 'ਤੇ ਮਿਲੀ ਹੈ। ਔਰ ਜੇਕਰ ਜਨਮ ਦੀ ਗੱਲ ਕੀਤੀ ਜਾਵੇ ਤਾਂ 1909 ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੁੰਦਾ ਆ ਮਾਤਾ ਸ਼੍ਰੀਮਤੀ ਜਮਨਾ ਦੇਵੀ ਦੇ ਘਰ। ਪਿਤਾ ਦਾ ਨਾਮ ਹਕੀਮ ਸੀ ਔਰ ਅਜੇ ਉਹਨਾਂ ਦੀ 11 ਕੁ ਸਾਲ ਦੀ ਉਮਰ ਸੀ ਕਿ ਪਿਤਾ ਦਾ ਦੇਹਾਂਤ ਹੋ ਗਿਆ ਸੀ ਉਹਨਾਂ ਦਾ। ਸੋ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਸ਼ੁਰੂ ਤੋਂ ਹੀ ਜਿਹੜੇ ਨੇ ਉਹ ਇੱਕ ਮੁਸ਼ਕਿਲਾਂ ਭਰਾ ਜੀਵਨ ਉਹਨਾਂ ਨੇ ਬਤੀਤ ਕੀਤਾ ਆ ਅਤੇ ਗੋਦਾਮ ਕੀਪਰੀ ਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਦੀ ਨੌਕਰੀ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ ਆ। ਜੇਕਰ ਉਹਨਾਂ ਦੀਆਂ ਕਹਾਣੀਆਂ ਦੀ ਗੱਲ ਕੀਤੀ ਜਾਵੇ ਤਾਂ ਕਹਾਣੀਆਂ ਦੇ ਵਿਸ਼ੇ ਬਿਲਕੁਲ ਉਵੇਂ ਦੇ ਨੇ ਜਿਵੇਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਉਹਨਾਂ ਨੇ ਮੁਸ਼ਕਿਲਾਵਾਂ ਹੰਢਾਈਆਂ ਨੇ ਉਹਨਾਂ ਉਸੇ ਅਨੁਭਵ ਨੂੰ ਆਪਣਾ ਕਹਾਣੀਆਂ ਦੇ ਰਾਹੀਂ ਪੇਸ਼ ਕੀਤਾ ਹੈ ਅਤੇ ਉਹਨਾਂ ਦੀ ਕਹਾਣੀਆਂ ਦੇ ਜਿਹੜੇ ਚਰਿੱਤਰ ਨੇ ਮਨੁੱਖੀ ਚਰਿੱਤਰ ਬਿਲਕੁਲ ਵਾਸਤਵਿਕ ਨੇ ਔਰ ਜਿਹੜੇ ਪਾਤਰ ਪੇਸ਼ ਕੀਤੇ ਨੇ ਉਹ ਬਿਲਕੁਲ ਨਿਮਨ ਸਧਾਰਨ ਵਰਗ ਦੇ ਨੇ ਔਰ ਸਧਾਰਨ ਜੀਵਨ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਜਾਂ ਮਾਨਸਿਕਤਾ ਨੂੰ ਨਿਸ਼ਚਿਤ ਕਰਨ ਵਾਲੇ ਜਿਹੜੇ ਆਰਥਿਕ ਸਮਾਜਿਕ ਆਧਾਰਾਂ ਵੱਲ ਜਿਹੜਾ ਉਹ ਪਾਠਕਾਂ ਦਾ ਧਿਆਨ ਸੁਜਾਨ ਸਿੰਘ ਖਿੱਚਦਾ ਆ। ਅਗਲੀ ਗੱਲ ਜੇ ਕੀਤੀ ਜਾਵੇ ਕਹਾਣੀ ਕੀ ਹੁੰਦੀ ਹੈ ਜਾਂ ਕਹਾਣੀ ਕਿਸ ਨੂੰ ਕਿਹਾ ਜਾਂਦਾ ਹੈ, ਅਤੇ ਸੋ ਗਲਪ ਦੇ ਜਿਹੜੇ ਨੇ ਉਹ ਦੋ ਰੂਪ ਨੇ, ਇੱਕ ਹੈਗਾ ਨਾਵਲ, ਦੂਸਰਾ ਹੈ ਕਹਾਣੀ। ਠੀਕ ਹੈ, ਕਹਾਣੀ ਬਾਰੇ ਅਸੀਂ ਕਹਾਣੀ ਦੇ ਅਰਥਾਂ ਬਾਰੇ ਗੱਲ ਕਰਾਂਗੇ। ਕਹਾਣੀ ਜਿਹੜੀ ਨੇ ਉਹ ਐਸੀ ਗਲਪ ਦੀ ਵਿਧਾ ਹੈ ਜਿਹਦੇ ਵਿੱਚ ਜਿਹੜਾ ਆ ਉਹ ਥੋੜ੍ਹੇ ਜਿਹੇ ਪਾਤਰਾਂ ਦੇ ਰਾਹੀਂ ਮਨੁੱਖੀ ਜੀਵਨ ਦੇ ਅਨੁਭਵ ਨੂੰ ਜਿਹੜਾ ਆ ਮਾਨਵੀ ਸੰਦਰਭ ਦੇ ਵਿੱਚ ਪੇਸ਼ ਕੀਤਾ ਗਿਆ ਹੁੰਦਾ ਹੈ। ਭਾਵ ਛੋਟੀ ਜਿਹੀ ਰਚਨਾ ਹੁੰਦੀ ਹੈ ਜਿਸ ਵਿੱਚ ਮਨੁੱਖ ਦੇ ਆਪਣੇ ਅਨੁਭਵ ਹੁੰਦੇ ਨੇ ਔਰ ਆਦਿਕਾਲ ਤੋਂ ਹੀ ਕਹਾਣੀ ਦੀ ਜਿਹੜੀ ਹੈ ਉਹ ਜਦੋਂ ਆਦਿਕਾਲ ਤੋਂ ਮਨੁੱਖ ਨੇ ਆਪਣੀਆਂ ਇੱਕ ਦੂਜੇ ਦੇ ਨਾਲ ਗੱਲਾਂ ਸ਼ੁਰੂ ਕੀਤੀਆਂ, ਇੱਕ ਦੂਜੇ ਦੀ ਗਾਥਾ ਸੁਣਾਉਣੀ ਸ਼ੁਰੂ ਕੀਤੀ, ਉਦੋਂ ਤੋਂ ਹੀ ਜਿਹੜੀ ਸੀ ਉਹ ਕਹਾਣੀ ਦੀ ਸ਼ੁਰੂਆਤ ਹੋ ਗਈ ਸੀ। ਫਿਰ ਹੌਲੀ ਹੌਲੀ ਜਿਹੜੀ ਲੋਕ ਸਾਹਿਤ ਤੋਂ ਪਰੀ ਕਥਾਵਾਂ ਨੀਤੀ ਕਥਾਵਾਂ ਤੱਕ ਪਹੁੰਚਦੀ ਕਹਾਣੀ ਅੱਜ ਦੇ ਸੰਦਰਭ ਵਿੱਚ ਉੱਭਰੀ ਹੈ ਔਰ ਅੱਜ ਜਿਹੜੀਆਂ ਮਨੁੱਖ ਦੀਆਂ ਆਮ ਸਮੱਸਿਆਵਾਂ ਨੇ ਉਸੇ ਨੂੰ ਹੀ ਜਿਹੜਾ ਆ ਉਹ ਬਿਆਨਿਆ ਜਾਂਦਾ ਹੈ। ਕਲਪਨਾ ਸ਼ਕਤੀ ਦੇ ਰਾਹੀਂ ਕਹਾਣੀਆਂ ਪੇਸ਼ ਕੀਤੀ ਜਾਂਦੀ ਹੈ। ਸੋ ਜ਼ਿਆਦਾ ਗੱਲ ਨਹੀਂ ਕਰਾਂਗੇ ਕਹਾਣੀ ਦੇ ਅਰਥ ਬਾਰੇ, ਅਸੀਂ ਗੱਲ ਜਿਹੜੀ ਹੈ ਉਹ ਕੁਲਫੀ ਕਹਾਣੀ ਦੇ ਵਿਸ਼ੇ ਬਾਰੇ ਸਭ ਤੋਂ ਪਹਿਲਾਂ ਕਰਾਂਗੇ। ਕੁਲਫੀ ਕਹਾਣੀ ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਹੈ ਜਿਸ ਦੇ ਵਿੱਚ ਜਿਹੜਾ ਆ ਇੱਕ ਕਹਾਣੀਕਾਰ ਮਤਲਬ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਜਿਹੜੀ ਆਰਥਿਕ ਸਥਿਤੀ ਆ ਉਹਨੂੰ ਪੇਸ਼ ਕੀਤਾ ਆ ਔਰ ਘੱਟ ਤਨਖਾਹ ਕਰਕੇ ਉਹ ਕੁਲਫੀ ਖਾਣ ਦੀ ਜਿਹੜੀ ਖਾਹਿਸ਼ ਹੈ ਉਹਨੂੰ ਦਿਲ ਦੇ ਵਿੱਚ ਹੀ ਦਬਾ ਲੈਂਦਾ, ਦਿਲ ਦੇ ਵਿੱਚ ਵੀ ਮਾਰ ਲੈਂਦਾ। ਉਸਦਾ ਇੱਕ ਪੁੱਤਰ ਹੈ ਕਾਕਾ ਜੋ ਕੁਲਫੀ ਖਾਣ ਦੀ ਜਿਹੜਾ ਆ ਉਹ ਮੰਗ ਕਰਦਾ ਹੈ ਅਤੇ ਕਹਾਣੀਕਾਰ ਨੂੰ ਹਰ ਵਕਤ ਜਿਹੜਾ ਆ ਉਹ ਜਿਹੜਾ ਮੇਨ ਪਾਤਰ ਹੈ, ਮੁੱਖ ਪਾਤਰ, ਉਹ ਹਰ ਵਾਰ ਕੀ ਹੈ ਬਹਾਨੇ ਬਣਾਉਂਦਾ ਰਹਿੰਦਾ ਆ। ਅਤੇ ਪਹਿਲਾਂ ਜਿਹੜਾ ਉਹ ਮੁਰਮਰਾ ਖਾਣ ਦੀ ਮੰਗ ਕਰਦਾ ਹੈ ਕਾਕਾ, ਅਤੇ ਮੁਰਮਰਾ ਕਹਿੰਦਾ ਇੱਕ ਭੈੜਾ ਹੁੰਦਾ ਆ। ਸੋ ਸ਼ਾਮ ਨੂੰ ਬਜ਼ਾਰੋਂ ਕੁਲਫੀ ਖਵਾਉਣ ਦਾ ਵਾਅਦਾ ਜਿਹੜਾ ਉਹ ਕਰ ਦਿੰਦਾ ਹੈ, ਪਰ ਆਰਥਿਕ ਮੰਦਹਾਲੀ ਕਾਰਨ ਆਰਥਿਕ ਪੈਸਿਆਂ ਦੀ ਤੰਗੀ ਹੋਣ ਕਰਕੇ ਉਹ ਇਸ ਵਾਅਦੇ ਨੂੰ ਪੂਰਾ ਨਹੀਂ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਅਤੇ ਕਾਕਾ ਸੌਂਦਿਆਂ ਵੀ ਜਿਹੜਾ ਕੁਲਫੀ ਬੁੜਬੁੜਾਉਂਦਾ ਰਹਿੰਦਾ ਆ। ਪਤਨੀ ਵੱਲੋਂ ਵੀ ਜਿਹੜਾ ਆ ਉਹ ਗਾਣਾ ਕੱਢਣ ਦੇ ਕਾਕੇ ਨੂੰ ਜਿਹੜਾ ਲੇਖਕ ਦਾ ਮਨ ਹੈ ਉਹ ਤੜਫ ਉੱਠਦਾ ਆ। ਸੋ ਫਿਰ ਕੀ ਹੁੰਦਾ ਅੰਤ ਵਿੱਚ ਜਿਹੜਾ ਆ ਕਹਾਣੀਕਾਰ ਜਿਹੜਾ ਕਾਕਾ ਆ ਉਹ ਸ਼ਾਹਾਂ ਦੇ ਮੁੰਡੇ ਨੂੰ ਜਿਹੜਾ ਆ ਉਹ ਤੋਂ ਕੁਲਫੀ ਖੋਹ ਲੈਂਦਾ ਤਾਂ ਢੁੱਡ ਮਾਰ ਕੇ ਉਹਨੂੰ ਥੱਲੇ ਸੁੱਟ ਦਿੰਦਾ ਆ। ਉਸਦੀ ਇਸ ਹਰਕਤ 'ਤੇ ਜਿਹੜੀ ਆ ਉਹ ਕਾਕੇ ਦੀ ਮਾਂ ਨੂੰ ਮਾਰਨ ਲੱਗਦੀ ਹੈ ਅਤੇ ਲੇਖਕ ਕਹਿੰਦਾ ਕੁਝ ਵੰਡ ਛੁਦੈਣੇ ਕਾਇਰ ਪੁੱਤ ਦੇ ਘਰ ਬਹਾਦਰ ਮੁੰਡੇ ਨੇ ਜਨਮ ਲਿਆ। ਕਿਉਂਕਿ ਲੇਖਕ ਦੀ ਤਨਖਾਹ ਬੜੀ ਥੋੜ੍ਹੀ ਸੀ ਔਰ ਉਹ ਆਪਣੇ ਅਫਸਰਾਂ ਦੇ ਨਾਲ ਡਰਦਾ ਗੱਲ ਨਹੀਂ ਸੀ ਕਰਦਾ ਕਿ ਜੇ ਕਿਤੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ। ਮਤਲਬ ਇਹ ਕਿ ਉਹ ਥੋੜ੍ਹੀ ਜਿਹੀ ਉਹਦੇ ਵਿੱਚ ਕਾਇਰਤਾ ਸੀ। ਸੋ ਇਹ ਕਹਾਣੀ ਦੀ ਜੇਕਰ ਪਿਸ਼ਟ ਭੂਮੀ ਦੀ ਗੱਲ ਕੀਤੀ ਜਾਵੇ ਤਾਂ ਇਹ ਕਹਾਣੀ ਸੁਜਾਨ ਸਿੰਘ ਦੀ ਕਹਾਣੀ ਪ੍ਰਗਤੀਵਾਦ ਨੂੰ ਜਿਹੜਾ ਉਹਦੀ ਪੇਸ਼ਕਾਰੀ ਕਰਦੀ ਹੈ। ਪ੍ਰਗਤੀਵਾਦ ਮਤਲਬ ਇਹ ਕਿ ਜਿਹੜਾ ਅਮੀਰਾਂ ਦੁਆਰਾ ਗਰੀਬਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ, ਅਮੀਰ ਹੋਰ ਅਮੀਰ ਹੋ ਰਹੇ ਨੇ, ਗਰੀਬ ਹੋਰ ਗਰੀਬ ਹੋ ਰਹੇ ਨੇ, ਉਹਦੇ ਸੰਬੰਧ ਵਿੱਚ ਜਿਹੜੀ ਗੱਲ ਹੋਈ ਹੈ ਔਰ ਮਜ਼ਦੂਰਾਂ ਨੂੰ ਇਕਜੁੱਟ ਹੋ ਕੇ ਜਿਹੜੀ ਆਪਣੀ ਆਵਾਜ਼ ਹੈ ਉਠਾਉਣੀ ਚਾਹੀਦੀ ਹੈ। ਆੜੀਆਂ ਲਾਸਟ ਵਾਲੀਆਂ ਜਿਹੜੀਆਂ ਲਾਈਨਾਂ ਨੇ ਇਹਦੇ ਵਿੱਚ ਇਹੀ ਸਾਨੂੰ ਸੰਦੇਸ਼ ਮਿਲਦਾ ਆ ਕਿ ਮਨੁੱਖ ਨੂੰ ਜਿਹੜਾ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਚਾਹੀਦਾ, ਉਹਨੂੰ ਜਿਹੜਾ ਆਪਣੇ ਹੱਕ ਜਿਹੜੇ ਉਹ ਲੈਣੇ ਚਾਹੀਦੇ ਨੇ ਔਰ ਉਹਨੇ ਤਾਂ ਹੀ ਕਿਹਾ ਕੁਝ ਵੰਡ ਛੁਦੈਣੇ ਕਾਇਰ ਪੁੱਤ ਦੇ ਘਰ ਬਹਾਦਰ ਮੁੰਡੇ ਨੇ ਜਿਹੜਾ ਉਹ ਜੰਮਿਆ ਆ, ਮਤਲਬ ਜਨਮ ਲਿਆ ਆ। ਭਾਵੇਂ ਕਿ ਇਕਮੁੱਠ ਹੋ ਕੇ ਮਨੁੱਖ ਆਪਣੇ ਜਿਹੜੇ ਹੱਕਾਂ ਦੇ ਪ੍ਰਤੀ ਸੁਚੇਤ ਹੋ ਸਕਦਾ, ਉਹ ਹੱਕ ਲੈ ਸਕਦੇ ਨੇ। ਸੋ ਕਹਾਣੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਕਹਾਣੀ ਬਾਰੇ ਮੇਨ ਪੜ੍ਹਦੇ ਹਾਂ ਵੀ ਇਹਦੇ ਵਿੱਚ ਹੋਇਆ ਕੀ ਸੀ। ਸੋ ਮਹੀਨਾ ਮੁੱਕਣ ਵਾਲਾ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਕਿਉਂਕਿ ਜਿਹੜਾ ਕਹਾਣੀਕਾਰ ਹੈ ਉਹ ਪਹਿਲੇ 15 ਦਿਨਾਂ ਤੱਕ ਹੀ ਉਹਦੀ ਤਨਖਾਹ ਜਿਹੜੀ ਉਹ ਖਤਮ ਹੋ ਜਾਂਦੀ ਹੈ, ਸਾਰਾ ਕੁਝ ਉੱਡ ਪੁੱਡ ਜਾਂਦਾ ਹੈ ਅਤੇ ਜਿਹੜਾ ਆ ਉਹਨੂੰ
ਜਿਹੜੇ ਪੱਠੇ ਨੇ ਉਹ ਚੁੱਭ ਰਹੇ ਹੁੰਦੇ ਨੇ ਉਹਦੇ, ਮਤਲਬ ਉਹ ਜਿਹੜਾ ਕੰਮ ਕਰਕੇ ਆਇਆ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਬਾਹਰੋਂ ਆਣ ਕੇ ਉਹ ਲੰਮੇ ਪੈਂਦਾ ਆ ਅਤੇ ਬਾਹਰੋਂ ਜਿਹੜੀ ਆਵਾਜ਼ ਉਹ ਕੁਲਫੀ ਦੀ ਆਉਂਦੀ ਹੈ, ਠੰਡੀ ਠਾਰ ਕੁਲਫੀ। ਲੇਖ ਨੂੰ ਕੁਲਫੀ ਬੜੀ ਪਸੰਦ ਹੁੰਦੀ ਹੈ, ਪਰ ਆਪਣੀ ਆਰਥਿਕ ਤੰਗੀ ਕਰਕੇ ਉਹ ਕੁਲਫੀ ਜਿਹੜਾ ਆਪਣੀ ਖੁਆਇਸ਼ ਮਨ ਵਿੱਚ ਮਾਰ ਲੈਂਦਾ ਆ। ਦੁਪਹਿਰ ਮਗਰੋਂ ਜਿਹੜੀ ਨੀਂਦ ਹਾਲੇ ਪੂਰੀ ਨਹੀਂ ਹੁੰਦੀ ਕਿ ਉਹਦਾ ਜਿਹੜਾ ਛੋਟਾ ਕਾਕਾ ਆ ਉਹ ਆਣ ਕੇ ਉਹਨੂੰ ਹਿਲਾਉਂਦਾ ਹੈ ਅਤੇ ਕੀ ਕਹਿੰਦਾ ਆ, ਦਾਦੀ ਕਿੰਨੀਆਂ ਆਜਾਂ ਮਾਰੀਆਂ, ਜਾਗਦੇ ਨਹੀਂ ਤੁਸੀਂ? ਹਾਂ ਕੀ ਕਹਿਣਾ, ਦੱਸ ਵੀ। ਮੈਂ ਕਾਲੀ ਹੋ ਗਈ ਕਹਿੰਦਾ ਉਹਨੂੰ ਪੁੱਛਿਆ। ਟੱਕਾ, ਇੱਕ ਟੱਕਾ ਦੇ ਦਿਓ। ਮਤਲਬ ਜਿਹੜਾ ਉਹਦਾ ਮੁੰਡਾ ਆਣ ਕੇ ਇੱਕ ਟੱਕਾ ਦੀ ਮੰਗ ਕਰਦਾ ਆ, ਠੀਕ ਹੈ। ਉਹ ਪੁੱਛਦਾ ਕਿ ਤੂੰ ਟੱਕਾ ਕੀ ਕਰਨਾ ਹੈ, ਤੇ ਉਹ ਅੱਗੋਂ ਕਹਿੰਦਾ ਕਿ ਮੈਂ ਮੁਰਮੁਰਾ ਖਾਣਾ ਹੈ, ਬੱਚਾ ਕਹਿੰਦਾ। ਪਰ ਉਹ ਮਤਲਬ ਉਹਦੇ ਕੋਲ ਪੈਸੇ ਇੱਕ ਟੱਕਾ ਵੀ ਨਹੀਂ ਸੀ ਕਿਉਂਕਿ ਦੇਣ ਵਾਸਤੇ ਹੁੰਦਾ, ਇਸ ਕਰਕੇ ਉਹ ਕਹਿੰਦਾ ਕਿ ਮੁਰਮੁਰਾ ਜਿਹੜਾ ਉਹ ਭੈੜਾ ਹੁੰਦਾ ਆ। ਪਰ ਕਾਕਾ ਅੱਗੋਂ ਜਿੱਦ ਕਰਦਾ ਕਿ ਨਹੀਂ, ਮੁਰਮੁਰਾ ਤਾਂ ਮਿੱਠਾ ਹੁੰਦਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਕਹਾਣੀਕਾਰ ਉੱਤੋਂ ਖਹਿੜਾ ਛਡਾਉਣ ਦੀ ਗੱਲ ਕਰਦਾ ਅਤੇ ਉਹਨੂੰ ਕਹਿੰਦਾ ਮੁਰਮੁਰੇ ਨਾਲ ਜਿਹੜੀ ਖੰਘ ਹੈ ਉਹ ਲੱਗ ਜਾਂਦੀ ਹੈ। ਪਰ ਕਾਕਾ ਅੱਗੋਂ ਕਹਿੰਦਾ ਕਿ ਕੋਈ ਗੱਲ ਨਹੀਂ, ਮੈਨੂੰ ਟੱਕਾ ਚਾਹੀਦਾ ਹੀ ਹੈ। ਫਿਰ ਉਸਨੂੰ ਟਾਲਣ ਲਈ ਜਿਹੜਾ ਆ ਉਹ ਕਹਾਣੀਕਾਰ ਉਹਨੂੰ ਇੱਕ ਵਾਅਦਾ ਕਰਦਾ ਕਿ ਮੈਂ ਸ਼ਾਮਾਂ ਨੂੰ ਤੈਨੂੰ ਜਿਹੜੀ ਉਹ ਕੁਲਫੀ ਖਵਾਵਾਂਗਾ, ਠੀਕ ਹੈ। ਇਸੇ ਆਸ 'ਤੇ ਕਾਕਾ ਜਿਹੜਾ ਉਹ ਸ਼ਾਮ ਦੀ ਵੇਟ ਕਰਦਾ। ਪਰ ਕਹਾਣੀਕਾਰ ਕੀ ਕਰਦਾ ਹੈ, ਲੇਖਕ ਕੀ ਕਰਦਾ ਹੈ, ਬਾਹਰ ਨਿਕਲ ਜਾਂਦਾ ਅਤੇ ਆਪਣਾ ਜਿਹੜਾ ਸਮਾਂ ਆ ਇਸੇ ਚੱਕਰ ਵਿੱਚ ਵੀ ਕਿਤੇ ਕਾਕਾ ਉਹਦੇ ਕੋਲ ਕੁਲਫੀ ਨਾ ਮੰਗ ਲਵੇ ਅਤੇ ਉਹ ਸਮਾਂ ਜਿਹੜਾ ਆਪਣਾ ਕੀਮਤੀ ਸਮਾਂ ਆ ਉਹ ਬਾਹਰ ਸੜਕਾਂ 'ਤੇ ਹੀ ਨਾਸ ਕਰ ਦਿੰਦਾ। ਉਸ ਤੋਂ ਬਾਅਦ ਰਾਤ ਨੂੰ ਹਨੇਰੇ ਆਉਂਦਾ, ਉਹਨੂੰ ਲੱਗਦਾ ਕਿ ਸ਼ਾਇਦ ਕਾਕਾ ਸੌਂ ਗਿਆ ਹੋਏਗਾ, ਪਰ ਜਿਹੜੀ ਉਹ ਮਤਲਬ ਜਿਹੜਾ ਆ ਉਹ ਕੁਲਫੀ ਦੀ ਮੰਗ ਨਹੀਂ ਕਰੇਗਾ। ਪਰ ਜਿਹੜਾ ਆ ਉਹਦੀ ਆਸ ਤੋਂ ਉਲਟ ਹੀ ਹੁੰਦਾ ਹੈ, ਠੀਕ ਹੈ। ਉਹ ਮਤਲਬ ਫਿਰ ਕਾਕਾ ਜਿਹੜਾ ਆ ਉਹ ਦੱਬੇ ਪੈਰੀ ਜਦੋਂ ਪਹੁੰਚਦਾ ਆ ਅਤੇ ਉਹ ਜਿਹੜਾ ਆ ਉਹ ਦੁਬਾਰਾ ਜਿਹੜਾ ਕਾਕਾ ਜਦੋਂ ਉਹਨੂੰ ਪੁੱਛਦਾ ਹੈ ਕਿ ਕੁਲਫੀ ਖਾਣ ਜਾਣਾ ਹੈ, ਅਤੇ ਉਹ ਨਿੰਮੋ ਝਾਣਾ ਜਿਹਾ ਹੋ ਕੇ ਜਿਹੜਾ ਉਹਨੂੰ ਅੰਦਰ ਜਾਣ ਲਈ ਕਹਿੰਦਾ। ਦਰਵਾਜ਼ਾ ਵੀ ਕਾਕਾ ਹੀ ਖੋਲ੍ਹਦਾ ਆਣ ਕੇ। ਫਿਰ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਅਸਮਾਨ ਵੱਲ ਕਾਕਾ ਵੇਖਦਾ ਅਤੇ ਕਹਿੰਦਾ ਹੈ ਕਿ ਮਤਲਬ ਅਸਮਾਨ ਤੋਂ ਪੈਸੇ ਡਿੱਗਦੇ ਨੇ। ਫਿਰ ਮਤਲਬ ਇਹ ਚੀਜ਼ ਵੇਖ ਕੇ ਕਹਾਣੀਕਾਰ ਦੇ ਮਨ 'ਤੇ ਇੱਕ ਰੋਸ ਜਾਂ ਇੱਕ ਦੁੱਖ ਜਿਹਾ ਨੂੰ ਪ੍ਰਗਟ ਜਿਹੜਾ ਹੋ ਜਾਂਦਾ ਹੈ। ਇੰਨੇ ਚਿਰ ਨੂੰ ਜਿਹੜਾ ਆ ਉਹ ਮਤਲਬ ਆਪਣੇ ਸਾਥੀਆਂ ਤੋਂ ਵੀ ਅਗਲੇ ਦਿਨ ਜਾ ਕੇ ਪੈਸੇ ਮੰਗਣ ਦੀ ਕੋਸ਼ਿਸ਼ ਕਰਦਾ, ਔਰ 3 ਰੁਪਏ ਜਿਹੜੇ ਲੈ ਆਉਂਦਾ। ਘਰ ਦੇ ਵਿੱਚ 3 ਰੁਪਈਏ ਨੇ ਜਿਹੜੇ ਉਹਦੀ ਪਤਨੀ ਜਿਹੜੀ ਉਹ ਲੈ ਲੈਂਦੀ ਹੈ, ਔਰ ਅੱਧ ਮਣ ਲੱਕੜੀਆਂ, ਸਬਜ਼ੀ, ਲੂਣ, ਤੇਲ ਆਦਿ ਵਿੱਚ ਖਰਚ ਕਰ ਦਿੰਦੀ ਹੈ, ਅਤੇ ਹੁਣ ਜਿਹੜਾ ਉਹਦੇ ਕੋਲ ਟਕਾ ਵੀ ਨਹੀਂ ਬਚਦਾ। ਫਿਰ ਜਿਹੜਾ ਕਾਕਾ ਉਹ ਚੀਕ ਚਿਹਾੜਾ ਪਾ ਕੇ ਬੈਠ ਜਾਂਦਾ ਅਤੇ ਕੁਲਫੀ ਦੀ ਮੰਗ ਕਰਦਾ ਹੈ। ਕਹਾਣੀਕਾਰ ਦੀ ਪਤਨੀ ਉਹਨੂੰ ਡਾਂਟਦੀ ਹੈ ਅਤੇ ਜਿਹੜੀ ਡਾਂਟ ਕੇ ਸੁਆ ਦਿੰਦੀ ਹੈ। ਸੋ ਰਾਤ ਨੂੰ ਵੀ ਕਾਕਾ ਜਿਹੜਾ ਕੁਲਫੀ ਬੜਾਉਂਦਾ ਰਹਿੰਦਾ ਆ, ਅਤੇ ਇਹ ਚੀਜ਼ ਜਿਹੜੀ ਹੈ ਕਹਾਣੀਕਾਰ ਦੀ ਜਿਹੜਾ ਆ ਉਹ ਮਨ ਨੂੰ ਬਹੁਤ ਜ਼ਿਆਦਾ ਤੜਫਾਉਂਦੀ ਹੈ। ਉਸ ਤੋਂ ਬਾਅਦ ਜਦੋਂ ਸਵੇਰੇ ਜਾਗਦਾ ਅਤੇ ਅੱਜ ਹੁਣ ਕਾਕਾ ਜਿਹੜਾ ਕੁਲਫੀ ਦੀ ਮੰਗ ਨਹੀਂ ਕਰਦਾ ਅਤੇ ਚੁੱਪ-ਚਾਪ ਜਿਹੜਾ ਆ ਉਹ ਆਪਣੇ ਖੇਡ ਰਿਹਾ ਹੁੰਦਾ ਹੈ, ਅਤੇ ਬਾਹਰੋਂ ਜਿਹੜੀ ਫਿਰ ਠੰਡੀ ਠਾਰ ਕੁਲਫੀ ਦੀ ਆਵਾਜ਼ ਆਉਂਦੀ ਹੈ। ਉਹ ਰਬੜ ਦੀ ਪਾਟੀ ਬਤਕ ਨਾਲ ਜਿਹੜਾ ਆ ਉਹ ਖੇਡ ਰਿਹਾ ਹੁੰਦਾ ਹੈ। ਉਹ ਛੱਡ ਕੇ ਥੋੜ੍ਹੇ ਕਾਕੇ ਦੇ ਕੰਨ ਖੜੇ ਹੋ ਜਾਂਦੇ ਨੇ, ਬਾਹਰ ਵੱਲ ਨੂੰ ਜਾਂਦਾ ਹੈ। ਬਾਹਰ ਕੀ ਵੇਖਦਾ ਹੈ ਕਿ ਕਾਕਾ ਜਿਹੜਾ ਉਹ ਬਿਲਕੁਲ ਖਲੋਤਾ ਹੋਇਆ ਆਪਣੇ ਮਤਲਬ ਲੱਕ ਦੇ ਹੱਥ ਧਰ ਕੇ। ਉਦੋਂ ਜਿਹੜਾ ਸ਼ਾਮਾਂ ਦਾ ਮੁੰਡਾ ਹੈ ਜੋ ਕਾਕੇ ਤੋਂ ਜਿਹੜਾ ਉਹ 8 ਸਾਲ ਵੱਡਾ ਆ, ਉਹ ਕੁਲਫੀ ਲੈ ਰਿਹਾ ਹੁੰਦਾ ਹੈ। ਕਾਕਾ ਜਿਹੜਾ ਸਿੱਧਾ ਜਾ ਕੇ ਉਹਨੂੰ ਧੱਕਾ ਮਾਰਦਾ ਹੈ ਅਤੇ ਉਹਦੀ ਜਿਹੜੀ ਪਲੇਟ ਵੀ ਡਿੱਗ ਜਾਂਦੀ, ਸਾਰਾ ਕੁਛ ਡਿੱਗ ਜਾਂਦਾ। ਕੁਲਫੀ ਖੋਹ ਲੈਂਦਾ ਹੈ ਅਤੇ ਉਹਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੰਦਾ ਹੈ। ਅਤੇ ਜਿਹੜੀ ਉਹਦੀ ਮਾਂ ਆ ਉਹ ਆਣ ਕੇ ਕਿਉਂਕਿ ਜਿਹੜਾ ਸਰਪੰਚ ਉਹਨਾਂ ਦਾ ਸ਼ਾਹਾਂ ਦਾ ਮੁੰਡਾ ਹੁੰਦਾ, ਉਹ ਹਮੇਸ਼ਾ ਹੀ ਆਪ ਤੋਂ ਛੋਟੇ ਜਵਾਕਾਂ ਨੂੰ ਜਿਹੜਾ ਕੁੱਟਦਾ ਹੁੰਦਾ। ਪਰ ਕਾਕਾ ਬਿਲਕੁਲ ਵੀ ਉਹ ਤੋਂ ਡਰਿਆ ਨਹੀਂ। ਉਹ ਤੋਂ ਛੋਟਾ ਸੀ, ਉਹ 3 ਸਾਲ ਛੋਟਾ ਸੀ ਉਹਦੇ ਨਾਲੋਂ, ਪਰ ਉਹ ਕਾਕਾ ਡਰਿਆ ਨਹੀਂ ਅਤੇ ਉਹਨੇ ਜਿਹੜਾ ਆ ਉਹ ਕੁਲਫੀ ਵਾਲੇ ਨੇ ਵੀ ਉਹਨੂੰ ਚਪੇੜ ਮਾਰਨ ਦੀ ਕੋਸ਼ਿਸ਼ ਕਰਦਾ ਆ, ਅਤੇ ਬਾਅਦ 'ਚ ਸ਼ਾਹਾਂ ਦਾ ਮੁੰਡਾ ਜਿਹੜਾ ਆ ਉਹ ਉਹਨੂੰ ਉਠਾਉਂਦਾ ਆ। ਉਹ ਤੋਂ ਬਾਅਦ ਕੀ ਹੁੰਦਾ ਹੈ ਕਿ ਮਤਲਬ ਜਿਹੜੀ ਉਹਦੀ ਸ਼ਾਹਾਂ ਦੀ ਮਤਲਬ ਕਾਕੇ ਸ਼ਾਹਾਂ ਦੇ ਮੁੰਡੇ ਦੀ ਜਿਹੜੀ ਮਾਂ ਹੁੰਦੀ ਉਹ ਲਾਮਾ ਦੇਣ ਆਉਂਦੀ ਹੈ, ਅਤੇ ਸ਼੍ਰੀਮਤੀ ਜਿਹੜੀ ਹੈ ਲੇਖਕ ਦੀ ਪਤਨੀ ਜਿਹੜੀ ਉਹ ਕਹਿੰਦਾ ਕਸਮਾਂ ਖਾਣਿਆ ਤੂੰ ਲਾਗੇ ਹੁਣ ਅਲਾਂਬੇ ਲਿਆਉਣ ਵੀ ਲੱਗ ਗਿਆ। ਸੋ ਚਪੇੜ ਮਾਰਨ ਲੱਗਦੀ ਹੈ ਆਪਣੇ ਮੁੰਡੇ ਨੂੰ, ਅਤੇ ਕਹਾਣੀਕਾਰ ਕਹਿੰਦਾ ਕੁਝ ਵੰਡ ਛੁਦੈਣੇ ਕਾਇਰ ਪੁੱਤ ਦੇ ਘਰ ਬਹਾਦਰ ਮੁੰਡਾ ਜੰਮਿਆ। ਸੋ ਇਸ ਪ੍ਰਕਾਰ ਦੇ ਨਾਲ ਇਸ ਕਹਾਣੀ ਵਿੱਚ ਇੱਕ ਉਸ ਪਾਤਰ ਦੀ ਗੱਲ ਕੀਤੀ ਗਈ ਹੈ ਜਿਹੜਾ ਆਰਥਿਕ ਹਾਲਤ ਜਿਹਦੀ ਬਹੁਤ ਜ਼ਿਆਦਾ ਤੰਗ ਹੈ, ਅਤੇ ਜਿਹਦੇ ਕੋਲ ਆਪਣੇ ਬੱਚੇ ਦੇ ਲਈ ਕੁਲਫੀ ਖਵਾਉਣ ਜੋਗੇ ਵੀ ਪੈਸੇ ਨਹੀਂ ਹੈਗੇ। ਔਰ ਕਿਤੇ ਨਾ ਕਿਤੇ ਕਹਾਣੀ ਜਿਹੜੀ ਹੈ ਉਹ ਪ੍ਰਗਤੀਵਾਦ ਨੂੰ ਵੀ ਪੇਸ਼ ਕਰਦੀ ਹੈ, ਜਿੱਥੇ ਜਿਹੜੇ ਅਮੀਰ ਨੇ ਉਹ ਹੋਰ ਗਰੀਬ ਹੋ ਰਹੇ ਨੇ, ਅਤੇ ਜਿਹੜਾ ਆਮ ਮਨੁੱਖ ਹੈ ਉਹ ਆਪਣੇ ਹੱਕਾਂ ਦੀ ਆਵਾਜ਼ ਵੀ ਨਹੀਂ ਉਠਾ ਰਿਹਾ, ਜਿਸ ਕਰਕੇ ਉਹਨੂੰ ਦੁੱਖ ਭੋਗਣਾ ਪੈਂਦਾ ਆ। ਅਤੇ ਉਮੀਦ ਹੈ ਕਿ ਤੁਹਾਨੂੰ ਕਹਾਣੀ ਸਮਝ ਜਿਹੜੀ ਉਹ ਆਈ ਹੋਏਗੀ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।